ਮੇਰਾ ਨਾਮ ਪ੍ਰਦੀਪ ਬੰਸਲ। ਇਸ ਤੋਂ ਪਹਿਲਾਂ ਵਾਲੀ ਵੀਡੀਓ ਰਾਹੀਂ ਅਸੀਂ 8ਵੀਂ ਸ਼੍ਰੇਣੀ ਪਾਠ ਨੰਬਰ 9 ਦੇ ਕੁਐਸਚਨ ਆਨਸਰ ਕੀਤੇ ਸਨ। ਇਸ ਵੀਡੀਓ ਰਾਹੀਂ ਅਸੀਂ ਸ਼੍ਰੇਣੀ 8ਵੀਂ ਪਾਠ ਨੰਬਰ 10 ਦੇ ਕੁਐਸਚਨ ਆਨਸਰ ਕਰਾਂਗੇ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਬਾਰੇ ਕੁਐਸਚਨ ਆਨਸਰ ਕਰਾਂਗੇ। ਜਿਵੇਂ ਕਿ ਅਸੀਂ ਜਾਣਦੇ ਹਾਂ, ਈਸਟ ਇੰਡੀਆ ਕੰਪਨੀ ਦੀ ਸਥਾਪਨਾ 1600 ਈਸਵੀ ਵਿੱਚ ਪੂਰਬੀ ਦਿਸ਼ਾ ਦੇ ਨਾਲ ਵਪਾਰ ਕਰਨ ਦੇ ਨਾਲ ਹੋਈ ਸੀ, ਕਿਉਂਕਿ ਇਸ ਦੇ ਨਾਮ ਤੋਂ ਹੀ ਪਤਾ ਹੈ ਈਸਟ ਭਾਵ ਪੂਰਬ ਦੇ ਦੇਸ਼ਾਂ ਨਾਲ। ਪੂਰਬ ਸਾਡਾ ਭਾਰਤ, ਚਾਈਨਾ, ਜਾਪਾਨ ਇਹ ਮੁੱਖ ਦੇਸ਼ ਹਨ ਜਿਨ੍ਹਾਂ ਦੇ ਨਾਲ ਈਸਟ ਇੰਡੀਆ ਕੰਪਨੀ ਦੀ 1600 ਵਿੱਚ ਇੰਗਲੈਂਡ ਦੇ ਵਿੱਚ ਸਥਾਪਨਾ ਕੀਤੀ ਗਈ ਸੀ, ਕਿਉਂਕਿ ਇਸ ਕੰਪਨੀ ਨੂੰ ਹੀ ਇਹਨਾਂ ਪੂਰਬ ਦੇ ਦੇਸ਼ਾਂ ਨਾਲ ਵਪਾਰ ਕਰਨ ਦਾ ਏਕਾਧਿਕਾਰ ਸੀ। ਬਾਕੀ ਕਿਸੇ ਕੰਪਨੀ ਨੂੰ, ਕਿਸੇ ਵੀ ਹੋਰ ਨੂੰ ਕੋਈ ਅਧਿਕਾਰ ਪ੍ਰਾਪਤ ਨਹੀਂ ਸੀ। ਭਾਰਤ ਵਿੱਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਕੌਣ ਸੀ? ਜੇਕਰ ਅਸੀਂ ਗੱਲ ਕਰੀਏ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਕੌਣ ਆਏ, ਅੰਗਰੇਜ਼ ਆਏ, ਫਰਾਂਸੀਸੀ ਆਏ। ਅੰਗਰੇਜ਼ ਭਾਵ ਅਸੀਂ ਲੈਂਦੇ ਹਾਂ ਇੰਗਲੈਂਡ, ਬ੍ਰਿਟਿਸ਼ ਕਹਿੰਦੇ ਸੀ ਇੰਗਲੈਂਡ ਦੇ ਲੋਕਾਂ ਨੂੰ, ਕਿ ਇੰਗਲੈਂਡ ਦੇ ਲੋਕ ਆਏ ਜਾਂ ਪੁਰਤਗਾਲੀ ਆਏ ਜਾਂ ਫਰਾਂਸੀਸੀ ਆਏ ਜਾਂ ਕੋਈ ਹੋਰ ਆਏ, ਡੱਚ ਆਏ, ਕਿਉਂਕਿ ਇਹ ਸਾਰੇ ਹੀ ਯੂਰਪ ਇੱਕ ਮਹਾਂਦੀਪ ਹੈ। ਉਸ ਮਹਾਂਦੀਪ ਦੇ ਇਹ ਦੇਸ਼ ਹਨ। ਤਾਂ ਸਭ ਤੋਂ ਪਹਿਲਾਂ ਭਾਰਤ ਵਿੱਚ ਪੁਰਤਗਾਲੀ ਆਏ ਸਨ। ਉਹ ਸੀਗਾ ਵਾਸਕੋ ਡੀ ਗਾਮਾ, ਜੋ ਕਿ 27 ਮਈ 1498 ਈਸਵੀ ਨੂੰ ਭਾਰਤ ਦੇ ਕੇਰਲਾ ਦੇ ਕਾਲੀਕਟ ਖੇਤਰ ਵਿੱਚ ਆਇਆ ਸੀ। ਭਾਰਤ ਵਿੱਚ ਪੁਰਤਗਾਲੀਆਂ ਦੀਆਂ 4 ਬਸਤੀਆਂ ਦੇ ਨਾਂ ਲਿਖੋ, ਕਿਉਂਕਿ ਜਿਵੇਂ ਕਿ ਸਾਨੂੰ ਨਾਮ ਤੋਂ ਹੀ ਪਤਾ ਕਿ ਇਹ ਭਾਰਤ ਦੇ ਵਾਸਕੋ ਡੀ ਗਾਮਾ ਭਾਰਤ ਦੇ ਕੇਰਲਾ ਦੇ ਕਾਲੀਕਟ ਵਿੱਚ ਆਇਆ ਸੀ, ਤਾਂ ਇਸ ਦਾ ਖੇਤਰ ਵੀ ਕੇਰਲਾ ਦੇ ਆਸ-ਪਾਸ ਹੀ ਸੀ। ਤਾਂ ਇਸ ਦਾ ਖੇਤਰ ਸੀ ਗੋਆ ਅਤੇ ਦਮਨ। ਗੋਆ ਅੱਜ ਕੱਲ੍ਹ ਸਾਡੇ 28 ਸਟੇਟਸ ਵਿੱਚੋਂ ਇੱਕ ਹੈ। ਦਮਨ ਅਤੇ ਦਿਊ ਇੱਕ ਭਾਰਤ ਦੀ ਯੂਟੀ ਹੈ। ਭਾਰਤ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਸਾਲਸੈਟ, ਬਾਸਿਨ, ਮੁੰਬਈ, ਸੈਟ ਹੋਮ ਅਤੇ ਹੁਗਲੀ ਇਕੱਲਾ ਅਜਿਹਾ ਖੇਤਰ ਹੈ ਜੋ ਕਲਕੱਤਾ ਦੇ ਵਿੱਚ ਹੈ। ਬਾਕੀ ਸਾਰੇ ਭਾਰਤ ਦੇ ਦੱਖਣ ਪੱਛਮ ਵਾਲੇ ਇਲਾਕੇ ਵਿੱਚ ਸਨ। ਜੇਕਰ ਅਸੀਂ ਇਸ ਨਕਸ਼ੇ ਵਿੱਚ ਦੇਖੀਏ ਤਾਂ ਇਹ ਵਾਲਾ ਖੇਤਰ, ਦੱਖਣ ਪੱਛਮ ਵਾਲਾ ਇਲਾਕਾ ਪੁਰਤਗਾਲੀਆਂ ਦੇ ਅਧੀਨ ਸੀ। ਇਹ ਵਾਲਾ ਖੇਤਰ ਪੁਰਤਗਾਲੀਆਂ ਦੇ ਅਧੀਨ ਸੀ, ਕਿਉਂਕਿ ਇੱਥੇ ਦਮਨ ਹੈ, ਸਾਲਸੈਟ ਬੇਸਿਨ, ਇੱਥੇ ਸਿਰਫ ਕਲਕੱਤੇ ਦੇ ਵਿੱਚ ਹੀ ਇਕੱਲਾ ਹੁਗਲੀ ਹੈ। ਅਗਲਾ ਕੁਐਸਚਨ, ਡੱਚ ਲੋਕਾਂ ਨੇ ਭਾਰਤ ਵਿੱਚ ਕਿੱਥੇ ਕਿੱਥੇ ਬਸਤੀਆਂ ਸਥਾਪਿਤ ਕੀਤੀਆਂ? ਕੋਚੀਨ, ਸੂਰਤ ਇਹ ਗੁਜਰਾਤ ਦੇ ਖੇਤਰ ਹਨ। ਨਾਗਾਪਟਮ, ਪੁਲੀਕਟ ਅਤੇ ਚਿਨਸੁਰਾ ਇਹ ਡੱਚ ਲੋਕਾਂ ਦੇ ਖੇਤਰ ਸਨ। ਅੰਗਰੇਜ਼ਾਂ ਨੂੰ ਬੰਗਾਲ ਵਿੱਚ ਬਿਨਾਂ ਚੁੰਗੀ ਕਰਦੇ ਵਪਾਰ ਕਰਨ ਦੀ ਰਿਆਇਤ ਕਿਸ ਮੁਗਲ ਬਾਦਸ਼ਾਹ ਤੋਂ ਪ੍ਰਾਪਤ ਹੋਈ? 1717 ਈਸਵੀ ਵਿੱਚ ਮੁਗਲ ਬਾਦਸ਼ਾਹ ਫਰੁਖਸ਼ੀਅਰ ਤੋਂ, ਕਿਉਂਕਿ ਜੋ ਆਖਰੀ ਮੁਗਲ ਬਾਦਸ਼ਾਹ ਦੀ ਮਹਾਨ ਜਾਂ ਸ਼ਕਤੀਸ਼ਾਲੀ ਉਹ ਸੀਗਾ ਔਰੰਗਜ਼ੇਬ ਦੀ ਮੌਤ 1707 ਈਸਵੀ ਵਿੱਚ ਹੋ ਗਈ ਸੀ। ਉਸ ਤੋਂ ਬਾਅਦ ਜੋ ਉਸਦੇ ਉੱਤਰਾਧਿਕਾਰੀ ਸਨ ਉਹ ਕੋਈ ਜ਼ਿਆਦਾ ਕੁਝ ਨਾ ਕਰ ਸਕੇ। ਔਰੰਗਜ਼ੇਬ ਤੋਂ ਬਾਅਦ ਬਹਾਦਰ ਸ਼ਾਹ ਅਤੇ ਉਸ ਤੋਂ ਬਾਅਦ ਫਰੁਖਸ਼ੀਅਰ ਨੇ ਅੰਗਰੇਜ਼ਾਂ ਤੋਂ ਕੁਝ ਪੈਸਾ ਲਿਆ ਅਤੇ ਉਸ ਦੇ ਵੱਟੇ ਉਸ ਨੂੰ ਬਿਨਾਂ ਚੁੰਗੀ ਕਰ ਦਿੱਤੇ ਬੰਗਾਲ ਵਿੱਚ ਵਪਾਰ ਕਰਨ ਦੀ ਰਿਆਇਤ ਦਿੱਤੀ ਸੀ। ਕਰਨਾਟਕ ਦਾ ਪਹਿਲਾ ਯੁੱਧ ਕਿਹੜੀਆਂ 2 ਯੂਰਪੀ ਕੰਪਨੀਆਂ ਵਿਚਕਾਰ ਹੋਇਆ ਅਤੇ ਜਿੱਤ ਗਏ? ਕਰਨਾਟਕ ਦਾ ਯੁੱਧ, ਕਰਨਾਟਕ ਜੋ ਅੱਜ ਕੱਲ੍ਹ ਸਾਡੇ ਭਾਰਤ ਦੇ ਦੱਖਣ ਵਿੱਚ ਹੈ, ਇਸ ਦੀ ਕਰਨਾਟਕਾ ਦਾ ਯੁੱਧ ਅਤੇ 3 ਯੁੱਧ ਹੋਏ ਸਨ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੇ ਵਿਚਕਾਰ, ਕਿਉਂਕਿ ਅੰਗਰੇਜ਼ ਚਾਹੁੰਦੇ ਸਨ, ਇੰਗਲੈਂਡ ਦੀ ਕੰਪਨੀ ਈਸਟ ਇੰਡੀਆ ਕੰਪਨੀ, ਉਹ ਚਾਹੁੰਦੇ ਸਨ ਕਿ ਅਸੀਂ ਭਾਰਤ ਵਿੱਚ ਆਪਣਾ ਸਾਮਰਾਜ ਸਥਾਪਿਤ ਕਰੀਏ, ਅਤੇ ਫਰਾਂਸੀਸੀ ਚਾਹੁੰਦੇ ਸਨ ਕਿ ਅਸੀਂ ਭਾਰਤ ਵਿੱਚ ਆਪਣਾ ਸਾਮਰਾਜ ਸਥਾਪਿਤ ਕਰੀਏ। ਪਰ ਅਖੀਰ ਵਿੱਚ ਜਿੱਤ ਅੰਗਰੇਜ਼ਾਂ ਦੀ ਹੋਈ ਸੀ, ਜਿਸ ਕਰਕੇ ਫਰਾਂਸੀਸੀਆਂ ਦਾ ਪ੍ਰਭਾਵ ਘਟ ਗਿਆ ਸੀ। ਤਾਂ ਕਰਨਾਟਕ ਦਾ ਪਹਿਲਾ, ਦੂਜਾ ਅਤੇ ਤੀਜਾ ਤਿੰਨੋਂ ਹੀ ਯੁੱਧ ਫਰਾਂਸੀਸੀਆਂ ਦੇ ਨਾਲ ਹੋਏ ਸਨ, ਕਿਸੇ ਹੋਰ ਕੰਪਨੀ ਨਾਲ ਨਹੀਂ ਹੋਏ ਸਨ। ਪਲਾਸੀ ਦੀ ਲੜਾਈ ਕਦੋਂ ਹੋਈ ਅਤੇ ਕਿਸ ਦੇ ਵਿਚਕਾਰ ਹੋਈ? ਪਲਾਸੀ ਦੀ ਲੜਾਈ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ, ਅੰਗਰੇਜ਼ਾਂ ਦੇ ਵੱਲੋਂ ਰੌਬਰਟ ਕਲਾਈਵ, ਇਹ ਚਿੱਤਰ ਰੌਬਰਟ ਕਲਾਈਵ ਦਾ ਦੇਖ ਸਕਦੇ ਹਾਂ। ਰੌਬਰਟ ਕਲਾਈਵ ਅਤੇ ਬੰਗਾਲ ਦੇ ਨਵਾਬ ਸਿਰਾਜ ਉਦੌਲਾ ਦੇ ਵਿਚਕਾਰ 23 ਜੂਨ
1757 ਈਸਵੀ ਨੂੰ ਲੜੀ ਗਈ ਸੀ। ਇਸ ਦੇ ਵਿੱਚ ਸਿਰਾਜ ਉਦੌਲਾ ਹਾਰ ਗਿਆ ਸੀ ਅਤੇ ਜਿਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਜੇਕਰ ਅਸੀਂ ਰੋਬਰਟ ਕਲਾਈਵ ਦੀ ਇੱਕ ਗੱਲ ਬਾਰੇ ਜਾਣੀਏ ਤਾਂ ਰੋਬਰਟ ਕਲਾਈਵ ਬਚਪਨ ਦੇ ਵਿੱਚ ਰੋਬਰਟ ਕਲਾਈਵ ਨੇ ਆਪਣੇ ਉੱਤੇ ਆਪਣੀ ਪਿਸਤੌਲ ਤਾਣ ਕੇ ਗੋਲੀ ਚਲਾਈ ਸੀ, ਪਰ ਉਹ ਰਾਊਂਡ ਖਾਲੀ ਨਿਕਲ ਗਿਆ। ਦੇਖੋ, ਜੇਕਰ ਉੱਥੇ ਉਹ ਗੋਲੀ ਚਲੀ ਜਾਂਦੀ ਤਾਂ ਰੋਬਰਟ ਕਲਾਈਵ ਦੀ ਉੱਥੇ ਹੀ ਮੌਤ ਹੋ ਜਾਂਦੀ। ਪਰ ਇਸ ਨੇ ਭਾਰਤ ਨੂੰ ਗੁਲਾਮ ਬਣਾਉਣ ਦੇ ਵਿੱਚ ਸਭ ਤੋਂ ਅਹਿਮ ਭੂਮਿਕਾ ਰੋਬਰਟ ਕਲਾਈਵ ਦੀ ਹੈ। ਪਰ ਐਂਡ 'ਤੇ ਜਾ ਕੇ, ਅਖੀਰ ਵਿੱਚ ਜਾ ਕੇ ਫਿਰ ਰੋਬਰਟ ਕਲਾਈਵ ਨੇ ਆਪਣੀ ਆਤਮ ਹੱਤਿਆ ਹੀ ਕੀਤੀ ਸੀ। ਜੇਕਰ ਉਹ 1757 ਈਸਵੀ ਤੋਂ ਪਹਿਲਾਂ ਆਤਮ ਹੱਤਿਆ ਕਰ ਲੈਂਦਾ ਤਾਂ ਭਾਰਤ ਦਾ ਇਤਿਹਾਸ ਕੁਝ ਹੋਰ ਹੋਣਾ ਸੀ। ਬਕਸਰ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ? ਬਕਸਰ ਦੀ ਲੜਾਈ 23 ਅਕਤੂਬਰ 1764 ਨੂੰ ਮੀਰ ਕਾਸਿਮ, ਸੁੱਜਾ ਉਦੌਲਾ, ਇਹ ਦੋਨਾਂ ਨਾਮਾਂ ਦੇ ਵਿੱਚ ਬਹੁਤ ਫਰਕ ਹੈ। ਜੋ ਪਲਾਸੀ ਦੀ ਲੜਾਈ ਸੀ ਉਸ ਦਾ ਨਾਮ ਸੀਗਾ, ਬੰਗਾਲ ਦਾ ਨਵਾਬ ਸੀਗਾ ਸਿਰਾਜ ਉਦ ਦੌਲਾ, ਪਰ ਜੋ ਲੜਾਈ ਸੀ ਬਕਸਰ ਦੀ ਉਸ ਦੇ ਵਿੱਚ ਸੀਗਾ ਸੁੱਜਾ ਉਦੌਲਾ। ਸਿਰਾਜ ਅਤੇ ਸੁੱਜਾ ਫਰਕ ਹੈ ਨਾਮਾਂ ਦੇ ਵਿੱਚ, ਦੋਨਾਂ ਦੇ ਨਾਮ ਫਰਕ ਨੇ, ਇੱਕ ਹੀ ਵਿਅਕਤੀ ਨੇ। ਕਿਉਂਕਿ ਸਿਰਾਜ ਉਦੌਲਾ ਦੀ ਨੂੰ ਤਾਂ ਜਦੋਂ ਉਹ ਹਾਰ ਗਿਆ ਸੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਪਰ ਇਸ ਦਾ ਨਾਮ ਜੋ ਲੜਾਈ ਸੀ ਬਕਸਰ ਦੀ, ਇਸ ਦੇ ਵਿੱਚ ਮੀਰ ਕਾਸਿਮ, ਸੁੱਜਾ ਉਦੌਲਾ ਅਤੇ ਸ਼ਾਹ ਆਲਮ ਦੂਜੇ ਦੀਆਂ। ਸ਼ਾਹ ਆਲਮ ਮੁਗਲ ਬਾਦਸ਼ਾਹ ਸੀ, ਉਸ ਸਮੇਂ ਦਾ ਮੌਜੂਦਾ ਮੁਗਲ ਬਾਦਸ਼ਾਹ ਸੀ। ਇਹਨਾਂ ਤਿੰਨਾਂ ਦੀਆਂ ਸੰਯੁਕਤ ਸੈਨਾ, ਇਹਨਾਂ ਤਿੰਨਾਂ ਦੀਆਂ ਸੈਨਾ ਇੱਕ ਪਾਸੇ ਸਨ ਅਤੇ ਅੰਗਰੇਜ਼ਾਂ ਦੀਆਂ ਸੈਨਾ ਇੱਕ ਪਾਸੇ ਸਨ, ਤਾਂ ਇਹਨਾਂ ਦੇ ਵਿਚਕਾਰ ਲੜਾਈ ਹੋਈ ਸੀ। ਇੱਥੇ ਵੀ ਅੰਗਰੇਜ਼ਾਂ ਦੀ ਜਿੱਤ ਹੋਈ ਸੀ। ਇਸ ਤੋਂ ਬਾਅਦ ਭਾਰਤ ਦੀ ਗੁਲਾਮੀ ਦਾ ਇਤਿਹਾਸ ਚੰਗੀ ਤਰ੍ਹਾਂ ਸ਼ੁਰੂ ਹੋ ਜਾਂਦਾ ਹੈ, ਕਿਉਂਕਿ 1757 ਜੋ ਲੜਾਈ ਸੀ ਪਲਾਸੀ ਦੀ, ਇੱਥੇ ਭਾਰਤ ਦੀ ਗੁਲਾਮੀ ਦਾ ਇਤਿਹਾਸ ਸ਼ੁਰੂ ਹੋਇਆ ਸੀ। ਪਰ 1700 ਜੋ ਬਕਸਰ ਦੀ ਜੋ ਲੜਾਈ ਹੋਈ ਸੀ ਬਕਸਰ ਦੀ, ਇੱਥੇ ਭਾਰਤ ਗੁਲਾਮ ਹੋਣਾ ਸ਼ੁਰੂ ਹੋ ਗਿਆ ਸੀ। ਪਲਾਸੀ ਦੀ ਲੜਾਈ ਦਾ ਸੰਖੇਪ ਵਰਣਨ ਕਰੋ। ਪਲਾਸੀ ਦੀ ਲੜਾਈ 23 ਜੂਨ 1757 ਈਸਵੀ ਨੂੰ ਬੰਗਾਲ ਦੇ ਨਵਾਬ ਸਿਰਾਜ ਉਦੌਲਾ ਅਤੇ ਰੋਬਰਟ ਕਲਾਈਵ ਦੀਆਂ ਸੈਨਾਵਾਂ ਵਿੱਚ ਹੋਈ। ਮੀਰ ਜਾਫਰ ਅਤੇ ਰਾਏ ਦੁਰਲਭ ਜੋ ਨਵਾਬ ਦੀ ਸੈਨਾ ਦੀ ਅਗਵਾਈ ਕਰ ਰਹੇ ਸਨ ਨੇ ਲੜਾਈ ਵਿੱਚ ਹਿੱਸਾ ਨਾ ਲਿਆ, ਕਿਉਂਕਿ ਇਹਨਾਂ ਦੇਸ਼ ਧਰੋਹੀਆਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਨਵਾਬ ਵਿਰੁੱਧ ਗੱਠਜੋੜ ਕੀਤਾ ਹੋਇਆ ਸੀ। ਕਿਉਂਕਿ ਅੰਗਰੇਜ਼ਾਂ ਨੇ, ਰੋਬਰਟ ਕਲਾਈਵ ਨੇ ਮੀਰ ਜਾਫਰ ਨੂੰ ਕਿਹਾ ਸੀ, ਜੇਕਰ ਤੂੰ ਸਿਰਾਜ ਉਦੌਲਾ ਦੀ ਮਦਦ ਨਹੀਂ ਕਰੇਗਾ, ਕਿਉਂਕਿ ਉਹ ਉਸ ਦਾ ਸੈਨਾਪਤੀ ਸੀ, ਉਸ ਦੀ ਸੈਨਾ ਦੇ ਮੋਢੀ ਸਨ, ਜੇਕਰ ਉਸ ਨੂੰ ਕਹਿ ਦੀ ਜੇਕਰ ਤੁਸੀਂ ਪਲਾਸੀ ਦੀ ਲੜਾਈ ਵਿੱਚ ਸਿਰਾਜ ਉਦੌਲਾ ਦੀ ਮਦਦ ਨਹੀਂ ਕਰੋਗੇ, ਉਸ ਦੇ ਵੱਲੋਂ ਨਹੀਂ ਲੜੋਗੇ, ਤਾਂ ਉਸ ਨੂੰ ਹਰਾਉਣ ਤੋਂ ਬਾਅਦ ਮੀਰ ਜਾਫਰ ਨੂੰ ਬੰਗਾਲ ਦਾ ਨਵਾਬ ਬਣਾਇਆ ਜਾਵੇਗਾ। ਇਸ ਸੰਧੀ ਦੇ ਤਹਿਤ ਉਹਨਾਂ ਨੇ ਜਦੋਂ ਲੜਾਈ ਸ਼ੁਰੂ ਹੋਈ ਤਾਂ ਮੈਦਾਨ ਦੇ ਵਿੱਚੋਂ ਉਹ ਭੱਜ ਗਏ, ਜਿਸ ਕਰਕੇ ਸਿਰਾਜ ਉਦੌਲਾ, ਜੋ ਕਿ ਉਸ ਸਮੇਂ ਲਗਭਗ 18 ਕੁ ਸਾਲਾਂ ਦਾ ਨੌਜਵਾਨ ਸੀ, ਪੂਰੀ ਹਿੰਮਤ ਅਤੇ ਪੂਰੀ ਬਹਾਦਰੀ ਨਾਲ ਲੜਿਆ, ਪਰ ਅਖੀਰ ਵਿੱਚ ਹਾਰ ਗਿਆ ਅਤੇ ਅੰਗਰੇਜ਼ਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਪਲਾਸੀ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਮਹਾਨ ਜਿੱਤ ਹੋਈ ਸੀ। ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਤੋਂ ਤੁਸੀਂ ਕੀ ਸਮਝਦੇ ਹੋ? 1764 ਵਿੱਚ ਜਦੋਂ ਲੜਾਈ ਹੋਈ ਬਕਸਰ ਦੀ, ਉਸ ਦੇ ਵਿੱਚ ਉਹਨਾਂ ਤਿੰਨਾਂ ਦੀਆਂ ਮੀਰ ਜਾਫਰ, ਸ਼ਾਹ ਆਲਮ, ਸੁੱਜਾ ਉਦੌਲਾ ਦੀਆਂ ਸੈਨਾ ਹਾਰ ਗਈ ਅਤੇ ਅਖੀਰ ਵਿੱਚ ਉਹਨਾਂ ਦੇ ਵਿਚਕਾਰ ਸੰਧੀ ਹੋਈ ਅਤੇ ਸੰਧੀ ਦੇ ਤਹਿਤ ਅੰਗਰੇਜ਼ਾਂ ਨੇ ਬੰਗਾਲ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਚਲਾਈ। ਇਸ ਦਾ ਮੇਨ ਉਦੇਸ਼ ਕੀ ਸੀ? ਜੋ ਪੈਸਾ ਸੀ, ਜੋ ਸੈਨਿਕ ਅਤੇ ਮਾਲੀਆ, ਮਤਲਬ ਸੈਨਾ ਕੰਟਰੋਲ, ਜਿੱਥੇ ਹਮਲਾ ਕਰਨਾ ਉਹ ਅੰਗਰੇਜ਼ਾਂ ਨੇ ਆਪਣੇ ਅਧੀਨ ਕਰ ਲਈ, ਸੈਨਿਕ ਅਤੇ ਮਾਲੀਆ ਪੈਸਾ, ਜੋ ਦੋ ਮੇਨ ਚੀਜ਼ਾਂ ਸੀ, ਸੈਨਿਕ ਅਤੇ ਮਾਲੀਆ ਸ਼ਾਸਨ ਪ੍ਰਬੰਧ ਕੰਪਨੀ ਨੇ ਆਪਣੇ ਅਧੀਨ ਕਰ ਲਿਆ। ਪਰ ਲੋਕਾਂ ਦੇ ਵਿੱਚ ਵਿਚਰਨ ਦਾ ਕੰਮ ਨਵਾਬ ਨੂੰ ਸਿਵਲ ਸ਼ਾਸਨ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ, ਮਤਲਬ ਲੋਕਾਂ ਦੇ ਨਾਲ ਗੱਲਾਂ ਕਰਨ ਦਾ ਜੋ ਕੰਮ ਦਿੱਤਾ ਗਿਆ ਉਹ ਦਿੱਤਾ ਗਿਆ ਨਵਾਬ। ਤਾਂ ਤੁਸੀਂ ਸੋਚ ਸਕਦੇ ਹੋ ਪਿਆਰੇ ਬੱਚਿਓ ਕਿ ਜਦੋਂ ਕਿਸੇ ਵਿਅਕਤੀ ਦੇ ਕੋਲ ਆਪਣੀ ਰੱਖਿਆ ਦੇ ਵਾਸਤੇ ਸੈਨਾ ਨਹੀਂ ਅਤੇ ਲੋਕਾਂ ਦੀ ਮਦਦ ਕਰਨ ਵਾਸਤੇ ਉਸ ਦੇ ਕੋਲ ਕੋਈ ਪੈਸਾ ਨਹੀਂ, ਤਾਂ ਉਹ ਕਿਸ ਗੱਲੋਂ ਨਵਾਬ ਹੈ? ਉਹ ਤਾਂ ਸਿਰਫ ਇੱਕ ਖਾਲੀ ਖੋਖੇ ਨਾਂ ਦਾ ਹੀ ਨਵਾਬ ਸੀ। ਅੰਗਰੇਜ਼ਾਂ ਨੇ ਇਸ ਦੋਹਰੀ ਸ਼ਾਸਨ ਪ੍ਰਣਾਲੀ ਦੇ ਅਧੀਨ ਸੈਨਿਕ ਅਤੇ ਮਾਲੀਆ
ਸਾਰਾ ਪ੍ਰਬੰਧ ਆਪਣੇ ਅਧੀਨ ਕਰ ਲਿਆ। ਇਸ ਤਰ੍ਹਾਂ ਬੰਗਾਲ ਦੇ ਧਨ ਦੇ ਮਾਲਕ ਤਾਂ ਅੰਗਰੇਜ਼ ਬਣ ਗਏ, ਪਰ ਲੋਕਾਂ ਪ੍ਰਤੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ, ਕਿਉਂਕਿ ਜੋ ਲੋਕਾਂ ਦੇ ਨਾਲ ਵਿਚਰਨਾ ਸੀ, ਲੋਕਾਂ ਦਾ ਪ੍ਰਸ਼ਾਸਨ ਕਰਨਾ ਸੀ, ਉਹਦੀ ਜ਼ਿੰਮੇਵਾਰੀ ਉਸ ਦੀ ਜ਼ਿੰਮੇਵਾਰੀ ਤਾਂ ਬੰਗਾਲ ਦੇ ਨਵਾਬ ਦੀ ਸੀ, ਪਰ ਉਸ ਦੇ ਕੋਲ ਕੋਈ ਪੈਸਾ ਨਹੀਂ ਸੀ। ਇਸ ਨੂੰ ਦੋਹਰੀ ਸ਼ਾਸਨ ਪ੍ਰਣਾਲੀ ਕਿਹਾ ਜਾਂਦਾ ਹੈ। ਲੈਂਪਸ ਦੇ ਸਿਧਾਂਤ। ਲੇਪ ਹੁੰਦਾ ਗੋਦ। ਜੇ ਅਸੀਂ ਗੱਲ ਕਰੀਏ ਲੈਂਪਸ, ਇਹ ਬਣਿਆ ਲੇਪ ਮਤਲਬ ਹੁੰਦਾ ਗਾ ਗੋਦ। ਰਾਈਟ ਏ ਨੋਟ ਔਨ ਪਾਲਿਸੀ ਆਫ ਲੈਂਪਸ ਮਤਲਬ ਗੋਦ ਲੈਣਾ। ਇਹ ਲਾਰਡ ਡਲਹੌਜੀ ਨੇ ਨੀਤੀ ਅਪਣਾਈ ਸੀ, ਕਿਉਂਕਿ ਅੰਗਰੇਜ਼ਾਂ ਦਾ ਉਦੇਸ਼ ਸੀ ਭਾਰਤ ਦੀ ਵੱਧ ਤੋਂ ਵੱਧ ਆਰਥਿਕ ਲੁੱਟ ਕਰਨਾ, ਭਾਰਤ ਦੇ ਵਿੱਚ ਵੱਧ ਤੋਂ ਵੱਧ ਧਨ ਕਮਾ ਕੇ ਆਪਣੇ ਦੇਸ਼ ਇੰਗਲੈਂਡ ਦੇ ਵਿੱਚ ਲੈ ਜਾਣਾ। ਤਾਂ ਕਰਕੇ ਉਹਨਾਂ ਨੇ ਅਜਿਹੀਆਂ ਨੀਤੀਆਂ ਅਪਣਾਈਆਂ ਜਿਨ੍ਹਾਂ ਨਾਲ ਵੱਧ ਤੋਂ ਵੱਧ ਭਾਰਤ ਨੂੰ ਹਾਨੀ ਪਹੁੰਚਾਈ ਜਾਵੇ ਅਤੇ ਇੰਗਲੈਂਡ ਨੂੰ ਫਾਇਦਾ ਪਹੁੰਚਾਇਆ ਜਾਵੇ। ਤਾਂ ਲਾਰਡ ਡਲਹੌਜੀ ਨੇ ਇਹ ਨੀਤੀ ਅਪਣਾਈ ਸੀ। ਤੁਹਾਨੂੰ ਕੁਐਸਚਨ ਆ ਸਕਦਾ ਗਾ ਕਿ ਲੈਂਪਸ ਦਾ ਸਿਧਾਂਤ ਕਿਸ ਨੇ ਅਪਣਾਇਆ ਸੀ? ਲਾਰਡ ਡਲਹੌਜੀ। ਜਿਹੜੇ ਭਾਰਤੀ ਸ਼ਾਸਕਾਂ ਦੀ ਆਪਣੀ ਕੋਈ ਸੰਤਾਨ ਮਤਲਬ ਆਪਣੀ ਕੋਈ ਔਲਾਦ ਨਹੀਂ ਸੀ, ਉਹਨਾਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਸੀ। ਮਤਲਬ ਜੇਕਰ ਕਿਸੇ ਭਾਰਤੀ ਸ਼ਾਸਕ ਦੇ ਕੋਲ ਦੇਸੀ ਰਿਆਸਤਾਂ, ਕਿਉਂਕਿ ਉਸ ਸਮੇਂ ਭਾਰਤ ਦੇ ਦੋ ਭਾਗ ਸਨ, ਦੇਸੀ ਰਿਆਸਤਾਂ ਅਤੇ ਬ੍ਰਿਟਿਸ਼ ਭਾਰਤ ਮਤਲਬ ਕੀ ਸੀਗਾ? ਜੋ ਅੰਗਰੇਜ਼ਾਂ ਦੇ ਅਧੀਨ ਆ ਚੁੱਕਿਆ ਸੀ। ਦੇਸੀ ਰਿਆਸਤਾਂ ਜੋ ਹਜੇ ਅੰਗਰੇਜ਼ਾਂ ਦੇ ਅਧੀਨ ਨਹੀਂ ਆਇਆ ਸੀ, ਅਤੇ ਉੱਥੇ ਭਾਰਤੀ ਰਾਜੇ ਹੀ ਰਾਜ ਕਰਦੇ ਸਨ। ਪਰ ਲਾਰਡ ਡਲਹੌਜੀ ਨੇ ਇੱਕ ਨਵੀਂ ਖੇਡ ਖੇਡੀ ਕਿ ਜਿਨ੍ਹਾਂ ਰਾਜਿਆਂ ਦੇ ਕੋਈ ਔਲਾਦ ਨਹੀਂ, ਉਹਨਾਂ ਨੂੰ ਕੋਈ ਪੁੱਤਰ ਗੋਦ ਲੈਣ ਉਹਨਾਂ ਨੂੰ ਕੋਈ ਵੀ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ। ਤਾਂ ਮਤਲਬ ਜਦੋਂ ਉਸ ਦੀ ਮੌਤ ਹੋ ਜਾਵੇਗੀ ਤਾਂ ਉਸ ਦੇ ਖੇਤਰ ਨੂੰ ਅੰਗਰੇਜ਼ੀ ਸ਼ਾਸਨ ਦੇ ਵਿੱਚ ਮਿਲਾ ਲਿਆ ਜਾਵੇਗਾ। ਇਸ ਦੇ ਅਧੀਨ 17 ਸੰਬਲਪੁਰ, ਝਾਂਸੀ। ਤੁਸੀਂ ਸਾਰੇ ਝਾਂਸੀ ਦੀ ਰਾਣੀ ਦੀਆਂ ਕਹਾਣੀਆਂ ਪੜ੍ਹਦੇ ਹੋ। ਝਾਂਸੀ ਦੀ ਰਾਣੀ ਦਾ ਜੋ ਪਤੀ ਸੀਗਾ ਗੰਗਾਧਰ, ਉਸ ਦਾ ਪਤੀ ਸੀ ਗੰਗਾਧਰ। ਝਾਂਸੀ ਦੀ ਰਾਣੀ ਦੇ ਕੋਈ ਔਲਾਦ ਨਹੀਂ ਸੀ, ਆਪਣੀ ਔਲਾਦ ਕੋਈ ਨਹੀਂ ਸੀ। ਉਹਨਾਂ ਨੇ ਇੱਕ ਪੁੱਤਰ ਗੋਦ ਲਿਆ ਸੀਗਾ, ਪਰ ਲਾਰਡ ਡਲਹੌਜੀ ਨੇ ਕਿਹਾ ਕਿ ਇਸ ਸਿਧਾਂਤ ਦੇ ਅਧੀਨ ਤੁਹਾਨੂੰ ਕੋਈ ਔਲਾਦ ਗੋਦ ਲੈਣ ਦੀ ਆਗਿਆ ਨਹੀਂ ਹੈ। ਇਸ ਲਈ ਉਹਨਾਂ ਨੇ ਇਹਨਾਂ ਦੇ ਵਿਰੁੱਧ ਵਿਦਰੋਹ ਵੀ ਕੀਤਾ ਸੀਗਾ। ਜੇਕਰ ਇਸ ਚਿੱਤਰ ਦੇਖੀਏ ਤਾਂ ਇਹ ਵਾਲਾ ਚਿੱਤਰ ਸਾਡਾ ਲਾਰਡ ਡਲਹੌਜੀ ਦਾ ਹੈ, ਕਿਉਂਕਿ 8ਵੀਂ ਕਲਾਸ ਦੇ ਵਿੱਚ ਇੱਕ ਕੁਐਸਚਨ ਜਾਂ ਦੋ ਕੁਐਸਚਨ ਕਿਸੇ ਨਾ ਕਿਸੇ ਚਿੱਤਰ ਨਾਲ ਸੰਬੰਧਿਤ ਜ਼ਰੂਰ ਆਉਂਦਾ ਹੈ। ਤਾਂ ਪਿਆਰੇ ਬੱਚਿਓ, ਇਹ ਚਿੱਤਰ ਵੀ ਯਾਦ ਰੱਖਣ ਦੀ ਕੋਸ਼ਿਸ਼ ਕਰਿਓ। ਖਾਲਿਸਤਾਨ ਭਰੋ। ਅੰਗਰੇਜ਼ਾਂ, ਸੁਜਾ-ਦੌਲਾ ਅਤੇ ਮੁਗਲ ਬਾਦਸ਼ਾਹ ਵਿਚਕਾਰ ਲੜਾਈ ਹੋਈ ਸੀ ਬਕਸਰ ਦੀ ਲੜਾਈ ਤੋਂ ਬਾਅਦ 1765 ਵਿੱਚ ਇਲਾਹਾਬਾਦ ਦੀ ਸੰਧੀ ਹੋਈ। ਜੋ ਲੜਾਈ ਹੋਈ ਸੀ ਉਹ ਹੋਈ ਸੀ 1764 ਦੇ ਵਿੱਚ। ਜੋ ਸੰਧੀ ਹੋਈ ਸੀ ਇਲਾਹਾਬਾਦ ਯੂਪੀ ਦਾ ਖੇਤਰ ਹੈ, ਉੱਤਰ ਪ੍ਰਦੇਸ਼ ਦਾ ਖੇਤਰ ਹੈ। ਉਹ ਸੰਧੀ ਹੋਈ ਸੀ ਜਿਸ ਦੇ ਤਹਿਤ ਬੰਗਾਲ ਦੇ ਵਿੱਚ ਅੱਗੇ ਜਾ ਕੇ ਦੋਹਰੀ ਸ਼ਾਸਨ ਪ੍ਰਣਾਲੀ ਚਲਾਈ ਗਈ ਸੀ। 1772 ਵਿੱਚ ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਖਤਮ ਕਰ ਦਿੱਤੀ ਗਈ, ਕਿਉਂਕਿ ਇਸ ਪ੍ਰਣਾਲੀ ਦੇ ਬਹੁਤ ਮਾੜੇ ਪ੍ਰਭਾਵ ਪਏ ਸਨ। ਤਾਂ 1772 ਵਿੱਚ ਵਾਰਨ ਹੈਸਟਿੰਗ ਭਾਰਤ ਦਾ ਗਵਰਨਰ ਜਨਰਲ ਬਣਿਆ ਸੀ, ਬੰਗਾਲ ਦਾ ਗਵਰਨਰ ਜਨਰਲ। ਉਸ ਤੋਂ ਅੱਗੇ ਵਾਰਨ ਹੈਸਟਿੰਗ ਬੰਗਾਲ ਦਾ ਗਵਰਨਰ ਜਨਰਲ ਬਣਿਆ ਸੀ। ਉਸਨੇ ਇਹ ਨੀਤੀ ਖਤਮ ਕਰ ਦਿੱਤੀ ਸੀ। ਲਾਰਡ ਵੈਲਜ਼ਲੀ ਨੇ ਅੰਗਰੇਜ਼ੀ ਸਮਾਜ ਦਾ ਵਿਸਤਾਰ ਕਰਨ ਲਈ ਸਹਾਇਕ ਸੰਧੀ, ਜਿਸ ਤਰ੍ਹਾਂ ਲਾਰਡ ਡਲਹੌਜੀ ਨੇ ਚਲਾਇਆ ਸੀ ਲੈਂਪਸ ਦਾ ਸਿਧਾਂਤ, ਮਤਲਬ ਜਿਸ ਦੇ ਕੋਈ ਔਲਾਦ ਨਹੀਂ ਉਹਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ। ਇਸੇ ਤਰ੍ਹਾਂ ਲਾਰਡ ਵੈਲਜ਼ਲੀ ਨੇ ਚਲਾਈ ਸੀ ਸਹਾਇਕ ਸੰਧੀ। ਜੋ ਸਹਾਇਕ ਸੰਧੀ ਸੀ, ਇਸ ਦਾ ਮਤਲਬ ਸੀ ਕਿ ਜੋ ਦੇਸੀ ਰਿਆਸਤਾਂ ਅੰਗਰੇਜ਼ਾਂ ਦੇ ਅਧੀਨ ਆ ਜਾਣਗੀਆਂ, ਉਹਨਾਂ ਦੀ ਹਰ ਪੱਖੋਂ ਉਹਨਾਂ ਦੀ ਬਾਹਰੀ ਅਤੇ ਅੰਦਰੂਨੀ ਰੱਖਿਆ ਦਾ ਪ੍ਰਬੰਧ ਅੰਗਰੇਜ਼ ਕਰਨਗੇ। ਅਗਲਾ ਕੁਐਸਚਨ ਜੇਕਰ ਇਸ ਚਿੱਤਰ ਵਿੱਚ ਦੇਖੀਏ ਤਾਂ ਇਹ ਲਾਰਡ ਵੈਲਜ਼ਲੀ ਦਾ ਚਿੱਤਰ ਹੈ। ਠੀਕ ਜਾਂ ਗਲਤ? ਪੁਰਤਗਾਲੀ ਕਪਤਾਨ ਵਾਸਕੋ ਡੀ ਗਾਮਾ 27 ਮਈ 1498 ਈਸਵੀ ਨੂੰ ਭਾਰਤ ਵਿੱਚ ਕਾਲੀਕਟ ਵਿਖੇ ਆਇਆ। ਬਿਲਕੁਲ ਸਹੀ ਹੈ। ਕਾਲੀਕਟ ਕੇਰਲਾ ਦੀ ਇੱਕ ਜਗ੍ਹਾ ਹੈ। ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਕਰਨਾਟਕ ਦੇ 3 ਹੋਏ ਸਨ, ਇਸ ਲਈ ਇਹ ਗਲਤ ਹੈ। ਅੰਗਰੇਜ਼ਾਂ ਨਾਲ ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਮੀਰ ਜਾਫਰ ਸੀ? ਨਹੀਂ, ਮੀਰ ਜਾਫਰ ਦਾ ਧੋਖਾ ਦੇ ਗਿਆ ਸੀ। ਉਸ ਸਮੇਂ ਸਿਰਾਜ ਉਦੌਲਾ ਸੀ।
ਇਹ ਵੀ ਗਲਤ ਹੈ। ਇਸ ਤਰ੍ਹਾਂ ਅਸੀਂ ਅੱਜ ਦੀ ਵੀਡੀਓ ਰਾਹੀਂ ਪਾਠ ਨੰਬਰ 10 ਦੇ ਕੁਐਸਚਨ ਆਨਸਰ ਕੀਤੇ ਹਨ। ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਮੇਰੇ ਇਸ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਇਸ ਤੋਂ ਅਗਲੀ ਵੀਡੀਓ ਵਿੱਚ ਅਸੀਂ ਪਾਠ ਨੰਬਰ 11 ਦੇ ਕੁਐਸਚਨ ਆਨਸਰ ਕਰਾਂਗੇ। ਧੰਨਵਾਦ।